ਅਸੀਂ ਇਸ ਕੇਸ ਨੂੰ ਇੰਟਰਨੈਸ਼ਨਲ ਕੋਰਟ ਵਿੱਚ ਲੈ ਗਏ ਹਾਂ। ਹੁਣ ਇਹ ਲਿਖਤੀ ਹੋ ਗਿਆ ਸਰਕਾਰ ਤੇ ਮੈਂ ਸਿੱਧਾ ਇਹ ਗੱਲ ਲੈ ਕੇ ਗਿਆ ਵਾਂ। ਹੁਣ ਭਾਰਤ ਸਰਕਾਰ ਇਹਦਾ ਜਵਾਬ ਦੇਗੀ। ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ 'ਚ ਗਏ ਹਾਂ ਜਿਨੇਵਾ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ। ਅਸੀਂ ਉਹਨਾਂ ਨੂੰ ਕਿਹਾ ਇੱਕ ਤੇ ਮਾਨਵਾਧਿਕਾਰਾਂ ਦਾ ਉਲੰਘਣ ਹੋ ਰਿਹਾ। ਸੁਪਰੀਮ ਕੋਰਟ ਜਿਹੜਾ ਭਾਰਤ ਦਾ ਸੁਪਰੀਮ ਕੋਰਟ ਹੈ ਉਹ ਸਰਕਾਰ ਨੂੰ ਸੋ ਮੋਟੋ ਲੈ ਕੇ ਕੋਈ ਆਰਡਰ नहीं दे रहा इस कानून ਨੂੰ रद्द करने ਲਈ। चाणक्य ने खुद किया कि जिसके घर में परिवार ना हो उसको राज नहीं देना चाहिए। जिस आदमी ਦਾ परिवार ही नहीं ਉਹਨੂੰ परिवार ਦੇ ਦੁੱਖ ਦਾ ਕੀ ਪਤਾ ਹੋਏਗਾ। ਇਹ ਦੁਨੀਆ ਦਾ ਸਭ ਤੋਂ ਭ੍ਰਸ਼ਟ, ਸਭ ਤੋਂ ਨਿਕੰਮਾ, ਸਭ ਤੋਂ ਹਰਾਮਖੋਰ ਪ੍ਰਧਾਨ ਮੰਤਰੀ ਹੈ ਸਾਡਾ। ਉਹਨੂੰ ਸੋ ਮੋਟੋ ਲੈ ਕੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਸਿਫਾਰਿਸ਼ ਕਰਨੀ ਚਾਹੀਦੀ ਸੀ। ਔਰ ਭਾਰਤ ਸਰਕਾਰ ਜਵਾਬ ਦੇ ਰਹੀ ਹੈ ਅਸੀਂ ਸੋਚ ਕੇ ਦੱਸਾਂਗੇ। यानी कि सुप्रीम कोर्ट कह रहा है कुछ और वो कह रहे हैं असं सोच के दसांगे। तो फिर सुप्रीम कोर्ट है की है? ਸਤਿ ਸ਼੍ਰੀ ਅਕਾਲ ਦੋਸਤੋ, मैं ਹਾਂ ਵਿਜੇ। ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸਾਡੇ ਨਾਲ ਮੌਜੂਦ ਨੇ ਚਰਨਜੀਤ ਸਿੰਘ ਜਿਨ੍ਹਾਂ ਨੇ ਕਿ ਕੱਲ ਇੰਟਰਨੈਸ਼ਨਲ ਕੋਰਟ ਵਿੱਚ ਕੇਸ ਕੀਤਾ ਹੈ। ਕਿਸਾਨਾਂ ਵੱਲੋਂ ਕੇਸ ਕੀਤਾ ਤੇ ਯੂਐਨਓ ਦੇ ਵਿੱਚ ਵੀ ਇਹਨਾਂ ਨੇ ਆਪਣੀ ਗੱਲ ਰੱਖੀ ਹੈ। ਆਪਾਂ ਚਰਨਜੀਤ ਸਿੰਘ ਨਾਲ ਗੱਲਬਾਤ ਕਰਾਂਗੇ ਕਿ ਇੰਟਰਨੈਸ਼ਨਲ ਕੋਰਟ ਦੇ ਵਿੱਚ ਕਿਹੜੀ ਗੱਲਾਂ ਲੈ ਕੇ ਗਏ ਨੇ, ਯੂਐਨਓ ਦੇ ਵਿੱਚ ਕਿਹੜੀ ਗੱਲਾਂ ਇਹਨਾਂ ਨੇ ਰੱਖੀਆਂ ਨੇ। ਚਰਨਜੀਤ ਸਿੰਘ ਕੋਲ ਹੀ ਪੁੱਛਾਂਗੇ। ਭਾਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ, ਤੁਸੀਂ ਇੱਥੇ ਦਿੱਲੀ ਜਦੋਂ ਆ ਰਹੇ ਸੀ, ਹੁਣ ਤੁਸੀਂ ਗੱਲਬਾਤ ਕਰ ਰਹੇ ਸੀ ਕਿ ਦਿੱਲੀ ਤੋਂ ਜਦੋਂ ਤੁਸੀਂ ਸਿੰਘੂ ਬਾਰਡਰ ਜਾਣਾ ਸੀ ਤੁਹਾਨੂੰ ਪੋਸਟਰ ਸਾੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਂ ਸਭ ਤੋਂ ਪਹਿਲਾਂ ਭਾਰਤ ਸਰਕਾਰ ਕੋਲੋਂ ਇਹ ਡਿਮਾਂਡ ਕੀਤੀ ਸੀ ਕਿ ਸਾਨੂੰ ਹਫ਼ਤੇ 'ਚ 3 ਦਿਨ ਜੰਤਰ ਮੰਤਰ ਤੇ ਪੋਸਟਰ ਸਾੜਨ ਦੀ ਇਜਾਜ਼ਤ ਦਿੱਤੀ ਜਾਏ, ਜੋ ਸਾਨੂੰ ਨਹੀਂ ਦਿੱਤੀ ਗਈ ਬਿਲਕੁਲ ਵੀ। ਹਫ਼ਤੇ 'ਚ 3 ਦਿਨ ਮਤਲਬ ਅਸੀਂ ਅਨਿਸ਼ਚਿਤ ਕਾਲ ਲਈ ਅਸੀਂ ਇਹ ਪੋਸਟਰ ਸਾੜਨਾ ਚਾਹੁੰਦੇ ਸੀ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦਾ। ਲੇਕਿਨ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਉਲਟਾ ਪੁਲਿਸ ਸਾਡੇ ਘਰ ਆ ਗਈ, ਸਾਡੇ ਕੋਲੋਂ ਲਿਖਤੀ ਉਹਨਾਂ ਨੇ ਲਿਖਵਾਇਆ ਕਿ ਤੁਸੀਂ ਇਹ ਪੋਸਟਰ ਨਹੀਂ ਸਾੜੋਗੇ। ਮੈਂ ਇਹ ਕਹਿਣਾ ਚਾਹਾਂਗਾ ਕਿ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ, ਅਦੀ ਸੋਨੀਆ ਸੱਜਣ ਟਾਈਟਲਰ ਦੇ ਅਸੀਂ ਪੁਤਲੇ ਫੂਕੇ ਸੀ, ਉਦੋਂ ਸਾਨੂੰ ਪਰਮਿਸ਼ਨ ਸੀ। ਇਹ ਜਿਹੜੀ ਸਰਕਾਰ ਆਈ ਹੈ ਭਾਰਤ ਸਰਕਾਰ, ਇਹ ਆਪਣੀ ਵਿਰੋਧ ਵੀ ਬਰਦਾਸ਼ਤ ਨਹੀਂ ਕਰ ਪਾ ਰਹੀ। ਕਿਉਂ ਨਹੀਂ ਬਰਦਾਸ਼ਤ ਕਰ ਪਾ ਰਹੀ? ਕਿਉਂਕਿ ਇਹਨੂੰ ਪੂਰਾ ਪੱਕਾ ਪਤਾ ਹੈ ਕਿ ਵਿਰੋਧ ਜਿਹੜਾ ਹੈ ਅਗਰ ਅਸੀਂ ਹੋਏਗਾ ਤੇ ਵੱਧਦਾ ਚਲਾ ਜਾਏਗਾ। ਇਹ ਵਿਰੋਧ ਨੂੰ ਦਬਾਉਣਾ ਚਾਹ ਰਹੀ ਹੈ। ਇਸੇ ਕਾਰਨ ਨੂੰ ਲੈ ਕੇ ਅਸੀਂ ਇੰਟਰਨੈਸ਼ਨਲ ਕੋਰਟ ਵਿੱਚ ਗਏ ਹਾਂ। ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ 'ਚ ਗਏ ਹਾਂ ਜਿਨੇਵਾ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ। ਅਸੀਂ ਉਹਨਾਂ ਨੂੰ ਕਿਹਾ ਇੱਕ ਤੇ ਮਾਨਵਾਧਿਕਾਰਾਂ ਦਾ ਉਲੰਘਣ ਹੋ ਰਿਹਾ, ਨੰਬਰ 1। ਨੰਬਰ 2, ਸੁਪਰੀਮ ਕੋਰਟ ਜਿਹੜਾ ਭਾਰਤ ਦਾ ਸੁਪਰੀਮ ਕੋਰਟ ਹੈ ਉਹ ਸਰਕਾਰ ਨੂੰ ਸੋ ਮੋਟੋ ਲੈ ਕੇ ਕੋਈ ਆਰਡਰ ਨਹੀਂ ਦੇ ਰਿਹਾ ਇਸ ਕਾਨੂੰਨ ਨੂੰ ਰੱਦ ਕਰਨ ਲਈ। ਜਿਹੜਾ ਜਨ ਵਿਰੋਧੀ ਕਾਨੂੰਨ ਹੈ, ਕਿਸਾਨ ਵਿਰੋਧੀ ਨਹੀਂ, ਜਨ ਵਿਰੋਧੀ ਕਾਨੂੰਨ ਹੈ। ਸਿਰਫ ਕਾਰਪੋਰੇਟਰਸ ਲਈ ਬਣਾਇਆ ਗਿਆ ਕਾਨੂੰਨ ਹੈ, ਕਾਰਪੋਰੇਟਰਸ ਦੇ ਫਾਇਦੇ ਲਈ ਬਣਾਇਆ ਗਿਆ ਕਾਨੂੰਨ ਹੈ। ਇਹ ਇਸ ਲਈ ਨਹੀਂ ਹੈ, ਇਹ ਕਾਨੂੰਨ ਇਸ ਲਈ ਨਹੀਂ ਹੈ ਕਿ ਇਹਦੇ ਵਿੱਚ ਕਿਸਾਨਾਂ ਲਈ ਕੁਝ ਗੜਬੜ ਹੋ ਰਿਹਾ ਹੋਵੇ। ਇਹ ਇਸ ਲਈ ਨਹੀਂ ਹੈ, ਠੀਕ ਹੈ ਜੀ। ਤੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਕਿ ਸਰਕਾਰ ਦੇ ਖਿਲਾਫ ਅਸੀਂ ਜਾ ਰਹੇ ਹਾਂ। ਭਾਰਤ ਸਰਕਾਰ ਐਸੀ ਨਿਕੰਮੀ ਭਾਰਤ ਸਰਕਾਰ ਅੱਜ ਤੱਕ ਇਸ ਦੇਸ਼ ਵਿੱਚ ਨਹੀਂ ਆਈ। ਭਾਰਤ ਸਰਕਾਰ ਖੁਦ ਤੇ ਗਲਤੀਆਂ ਕਰ ਰਹੀ ਹੈ। ਉਹਦੇ ਸਾਰੇ ਮੰਤਰੀ, ਉਹਦੇ ਸਾਰੇ ਐਮਪੀ ਪ੍ਰੋਪੋਗੰਡਾ, ਝੂਠਾ ਪ੍ਰੋਪੋਗੰਡਾ ਕਰ ਰਹੇ ਆ। ਰੋਜ਼ ਨਵਾਂ ਬਿਆਨ ਦੇ ਦਿੰਦੇ ਨੇ, ਲੇਕਿਨ ਇਸ ਕਾਨੂੰਨ ਨੂੰ ਰੱਦ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਝੂਠੇ ਕਿਸਾਨ ਲੈ ਕੇ ਆ ਜਾਂਦੇ ਨੇ ਸਾਹਮਣੇ, ਜਦ ਕਿ ਇਹ ਕਿਸਾਨ ਦਾ ਮੁੱਦਾ ਹੀ ਨਹੀਂ ਹੈ। ਇਹ ਆਮ ਆਦਮੀ ਦਾ ਮੁੱਦਾ ਹੈ, ਆਮ ਘਰ ਦਾ ਮੁੱਦਾ ਹੈ, ਹਰ ਘਰ ਦਾ ਮੁੱਦਾ ਹੈ। ਤੁਸੀਂ ਮੈਂ ਪਹਿਲਾਂ ਵੀ ਦੱਸਿਆ ਕਿ ਜੀਓ ਜਿਹੜਾ 0 ਰੁਪਏ ਸੀ, ਫਿਰ 99 ਰੁਪਏ ਹੋਇਆ, ਫਿਰ 199 ਹੋਇਆ, ਫਿਰ 299 ਹੋਇਆ, ਫਿਰ 399, ਫਿਰ 499, ਅੱਜ 599 ਹੈ। ਆਉਣ ਵਾਲੇ ਟਾਈਮ ਦੇ ਵਿੱਚ ਦੇਖੋ, ਪਹਿਲੇ ਇੱਕ ਹੋਰ ਵੱਡੀ ਗੱਲ ਹੁੰਦੀ ਸੀ ਜਿਹੜਾ ਇਸ ਕਾਨੂੰਨ ਦੇ ਵਿੱਚ ਲਾਗੂ ਕੀਤੀ ਗਈ ਹੈ। ਪਹਿਲਾਂ 500 ਟਨ ਤੋਂ ਜ਼ਿਆਦਾ ਜਿਹਦੇ ਕੋਲ ਵੀ ਅਨਾਜ ਹੋਏਗਾ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਸੀ। ਇਹਨਾਂ ਨੇ ਕਾਨੂੰਨ ਦੇ ਵਿੱਚ ਉਹ ਵੀ ਖਤਮ ਕਰਤਾ। ਹੁਣ ਜਿਹੜਾ ਮਰਜੀ ਆਦਮੀ ਜਿੰਨਾ ਮਰਜੀ भंडारण कर पाएगा। ते और अगली गल, कोई किसान माल खेती सारी कॉन्ट्रैक्ट खेती होएगी ते कोई भी किसान खेती करन तो बाद वापस माल देण जाएगा तो ओदी चैकिंग होएगी। ओदी चैकिंग दे पैसे भी किसान तो लिते जाणगे। अगर उन्हां दे मापदंड ते खरा ना उतरिया तो उन्हां दा माल नहीं लिता जाएगा। और इस तरह धीरे सरकारी मंडियां भी खत्म कर देणगे। ये सब कुछ खत्म करके सब कुछ प्राइवेट कर देणगे। ते फिर उस वेले अज तुसीं इह देख सकदे हो, कई वारी तुसीं देखिया होएगा 150 रुपए या 200 रुपए टमाटर विक गया या कोई चीज़ होर विक गई। तो गौरमेंट ट्राई करती है कि लोग कितनी महंगी चीज़ खरीद सकते हैं। वो ट्राई कर चुके हुए हैं, यदि ट्राई भी वो कर चुके हुए हैं। इस करके
ਦੇਸ਼ ਦੀ ਜਨਤਾ ਨੂੰ ਹਰ ਚੀਜ਼ ਮਹਿੰਗੀ ਮਿਲੇ। ਦੇਖੋ ਪੈਟਰੋਲ ਦਾ ਰੇਟ ਅੱਜ ਸਾਰੀ ਦੁਨੀਆ ਦੇ ਵਿੱਚ ਕੀ ਹੈ ਔਰ ਹਿੰਦੁਸਤਾਨ 'ਚ ਕੀ ਵਿਕ ਰਿਹਾ ਹੈ। ਗੈਸ, ਤੇਲ, ਹੋਰ ਤੁਸੀਂ ਦੇਖੋ ਕਿਹੜੀ ਚੀਜ਼ ਜਿਹੜੀ ਵੇਚ ਨਹੀਂ ਦਿੱਤੀ। ਟ੍ਰੇਨ ਵੇਚਤੀ, 에ਅਰਵੇਜ਼ ਵੇਚ ਦਿੱਤੇ, ਤੁਹਾਨੂੰ ਸਾਰੇ ਕੋਲਾ ਵੇਚਤਾ, ਸਾਰੀਆਂ ਖਾਨਾਂ ਵੇਚ ਦਿੱਤੀਆਂ। ਮਤਲਬ ਕੋਈ ਇੱਕ ਐਸੀ ਚੀਜ਼ ਬਚੀ ਨਹੀਂ ਜਿਹੜੀ ਸਰਕਾਰ ਨੇ ਛੱਡੀ ਹੋਵੇ, ਤੇ ਧੀਰੇ ਧੀਰੇ ਸਭ ਕੁਝ ਵੇਚ ਦੇਗੀ। ਤੁਸੀਂ ਜਿਵੇਂ ਹੁਣ ਗੱਲ ਕਰ ਰਹੇ ਸੀ ਕਿ ਘਰ ਹੈਗੇ ਸੀ, ਪੁਲਿਸ ਵਾਲੇ ਨੇ ਤੁਹਾਡੇ ਕੋਲ ਲਿਖਾ ਕੇ ਲਿਆ, ਤੁਸੀਂ ਬਾਹਰ ਸੇ ਕਿੱਦਾਂ ਆ ਗਏ? ਪੁਲਿਸ ਨਾਲ ਤੁਹਾਡੀ ਕੋਈ ਹੱਥਾਪਾਈ ਵੀ ਹੋਈ ਹੈ, ਕਿਸੇ ਤੋਂ ਬਾਹਰ ਆ ਗਏ? ਹੱਥਾਪਾਈ ਨਹੀਂ ਹੋਈ, ਕਿਉਂਕਿ ਉਹਨਾਂ ਨੇ ਮੇਰੇ ਕੋਲ ਲਿਖਵਾ ਕੇ ਲਿਆ ਤੇ ਮੈਂ ਲਿਖ ਕੇ ਦੇ ਦਿੱਤਾ। ਤੇ ਫਿਰ ਮੈਂ ਸੋਚਿਆ ਦੇਖੋ ਮੈਂ ਲੜਾਈ ਨਹੀਂ ਕਰਨਾ ਚਾਹੁੰਦਾ, ਮੈਂ ਸ਼ਾਂਤੀਪੂਰਵਕ ਸਾਰੇ ਕੰਮ ਕਰਨਾ ਚਾਹੁੰਦਾ। ਤੇ ਮੈਂ ਪੜ੍ਹਿਆ ਲਿਖਿਆ ਆਦਮੀ ਆ। ਮੇਰੇ ਇੱਕ ਦੋਸਤ ਹੈਗੇ ਨੇ, ਬਹੁਤ ਵੱਡੇ ਵਕੀਲ ਹੈਗੇ ਨੇ, ਉਹ ਇੰਟਰਨੈਸ਼ਨਲ ਲੈਵਲ ਦੇ। ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਮੇਰੀ ਮਦਦ ਕੀਤੀ, ਮੇਰੇ ਵਕੀਲ ਸਾਹਿਬ ਨੇ। ਅਸੀਂ ਇਸ ਕੇਸ ਨੂੰ ਇੰਟਰਨੈਸ਼ਨਲ ਕੋਰਟ ਵਿੱਚ ਲੈ ਗਏ ਹਾਂ। ਹੁਣ ਇਹ ਲਿਖਤੀ ਹੋ ਗਿਆ, ਹੁਣ ਕਿਸੇ ਪੁਲਿਸ ਦਾ ਕੋਈ ਦਖਲ ਨਹੀਂ ਰਹਿ ਗਿਆ, ਹੁਣ ਪ੍ਰਧਾਨ ਮੰਤਰੀ ਦਾ ਵੀ ਕੋਈ ਦਖਲ ਨਹੀਂ ਹੋ ਗਿਆ। ਹੁਣ ਭਾਰਤ ਸਰਕਾਰ ਤੇ ਮੈਂ ਸਿੱਧਾ ਇਹ ਗੱਲ ਲੈ ਕੇ ਗਿਆ ਵਾਂ। ਹੁਣ ਭਾਰਤ ਸਰਕਾਰ ਇਹਦਾ ਜਵਾਬ ਦੇਗੀ। ਜਦੋਂ ਵੀ ਮੇਰੀ ਗੱਲ ਹੋਏਗੀ ਭਾਰਤ ਸਰਕਾਰ ਨਾਲ ਗੱਲ ਹੋਏਗੀ। ਮੈਂ ਕੋਈ ਲੜਾਈ ਨਹੀਂ ਲੜਾਂਗਾ, ਮੈਂ ਕੋਈ ਪੁਤਲੇ ਨਹੀਂ ਸਾੜਾਂਗਾ, ਲੇਕਿਨ ਭਾਰਤ ਸਰਕਾਰ ਨੂੰ ਨੰਗਾ ਕਰ ਦਿਆਂਗਾ। ਜੇ ਸੀਗਾ ਤੁਸੀਂ ਹੁਣ ਹੋਰ ਵੀ ਗੱਲਾਂ ਕਰ ਰਹੇ ਸੀ ਕਿ ਬਜ਼ੁਰਗ ਠੰਡ 'ਚ ਬੈਠੇ ਹੋਏ ਨੇ, ਮਾਤਾਵਾਂ ਵੀ ਆਈਆਂ ਨੇ, ਛੋਟੇ ਛੋਟੇ ਬੱਚੇ ਵੀ ਹੈਗੇ ਨੇ। ਮੈਂ ਕਹਿਣਾ ਚਾਹਾਂਗਾ, ਮੈਂ ਰਾਤੀ ਜਦੋਂ ਸੌਣਾ ਨਾ ਮੈਨੂੰ ਨੀਂਦਰ ਨਹੀਂ ਆਉਂਦੀ ਹੈ, ਕਿਉਂਕਿ ਮੇਰੇ ਨਿਗਾਹ ਦੇ ਵਿੱਚ ਸਾਰੇ ਲੋਕ ਆਉਂਦੇ ਨੇ ਜਿਹੜੇ ਰਾਤੀ ਬੈਠੇ ਨੇ, ਜਿਹੜੇ ਠੰਡ 'ਚ ਬੈਠੇ ਨੇ। ਉਹਨੂੰ ਦਿਖਾਈ ਨਹੀਂ ਦਿੰਦਾ 15 ਲੱਖ ਦੇ ਕੋਟ ਪਾਉਣ ਵਾਲੇ ਨੂੰ, 15 ਲੱਖ ਦੇ ਸੂਟ ਪਾਉਣ ਵਾਲੇ ਨੂੰ ਨਜ਼ਰ ਨਹੀਂ ਆਉਂਦਾ ਪਿਆ ਕਿ ਇੱਥੇ ਗਰੀਬ ਬੱਚੇ ਬੈਠੇ ਨੇ, ਇੱਥੇ ਗਰੀਬ ਔਰਤਾਂ ਬੈਠੀਆਂ ਨੇ। ਔਰਤਾਂ ਲੈਟਰਿੰਗ ਬਾਥਰੂਮ ਦੀ ਪ੍ਰੋਬਲਮ ਉਹਨੂੰ ਨਜ਼ਰ ਨਹੀਂ ਆ ਰਹੀ, ਉਹਦਾ ਖੁਦ ਪਰਿਵਾਰ ਨਹੀਂ ਹੈ, ਇਸ ਕਰਕੇ ਉਹਨੂੰ ਨਜ਼ਰ ਨਹੀਂ ਆ ਰਿਹਾ। ਚਾਣक्य ने खुद किया, जिन्होंने चाणक्य बोलता रहता है मोदी, उन्हें खुद किया कि जिसके घर में परिवार ना हो उसको राज नहीं देना चाहिए। ਉਹਦੇ ਕੋਲ ਪੁੱਛਿਆ ਕਿ ਭਾਈ ਤੂੰ ਚੰਦਰਗੁਪਤ ਨੂੰ ਕਿਉਂ ਰਾਜਾ ਬਣਾਉਣਾ ਚਾਹੁੰਦਾ ਹੈ? ਉਹ ਕਹਿੰਦਾ ਚੰਦਰਗੁਪਤ ਨੂੰ ਇਸ ਲਈ ਰਾਜਾ ਬਣਾਉਣਾ ਚਾਹੁੰਦਾ ਕਿਉਂਕਿ ਉਹਦਾ ਪਰਿਵਾਰ ਹੈ। ਜਿਸ ਆਦਮੀ ਦਾ ਪਰਿਵਾਰ ਹੀ ਨਹੀਂ, ਉਹਨੂੰ ਪਰਿਵਾਰ ਦੇ ਦੁੱਖ ਦਾ ਕੀ ਪਤਾ ਹੋਏਗਾ। ਇਸ ਕਰਕੇ ਇਹੋ ਜਿਹਾ ਪ੍ਰਧਾਨ ਮੰਤਰੀ ਜਿੰਨੇ ਵੀ ਹੈਗੇ ਨੇ, ਯੋਗੀ ਹੋ ਗਿਆ ਜਾਂ ਇਹ ਖੱਟਰ ਹੋ ਗਿਆ, ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਤੇ ਕੀ ਐਮਐਲਏ ਕੀ ਕਾਉਂਸਲਰ ਕੀ, ਮੈਂ ਕਹਿੰਦਾ ਗਲੀ ਦਾ ਪ੍ਰਧਾਨ ਵੀ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਦੁੱਖ ਕੀ ਹੁੰਦਾ। ਇਸ ਕਰਕੇ ਇਹਨੂੰ ਪਤਾ ਹੀ ਨਹੀਂ ਹੈ। ਚਾਣक्य ਖੁਦ ਕਹਿੰਦਾ, ਜਿਸ ਚਾਣक्य ਕਰਦੇ ਰਹਿੰਦੇ ਨੇ ਇਹ ਲੋਕ, ਉਹ ਖੁਦ ਕਹਿੰਦਾ ਇਹੋ ਜਿਹੇ ਆਦਮੀ ਨੂੰ ਕਦੀ ਵੀ ਪ੍ਰਧਾਨ ਨਹੀਂ ਬਣਾਇਆ ਜਾਣਾ ਚਾਹੀਦਾ ਕਿਸੇ ਵੀ ਸੰਸਥਾ ਦਾ। ਇਹ ਦੁਨੀਆ ਦਾ ਸਭ ਤੋਂ ਭ੍ਰਸ਼ਟ, ਸਭ ਤੋਂ ਨਿਕੰਮਾ, ਸਭ ਤੋਂ ਹਰਾਮਖੋਰ ਪ੍ਰਧਾਨ ਮੰਤਰੀ ਹੈ ਸਾਡਾ। ਭਾਈ ਤੁਸੀਂ ਜਿਵੇਂ ਪਹਿਲਾਂ ਵੀ ਹੁਣ ਗੱਲਬਾਤ ਕਰ ਰਹੇ ਸੀ, ਜ਼ਿਕਰ ਕਰ ਰਹੇ ਸੀ, ਤੁਸੀਂ ਇੰਟਰਨੈਸ਼ਨਲ ਕੋਰਟ ਵਿੱਚ ਤਾਂ ਚਲੇ ਗਏ ਹੋ। ਇੱਥੋਂ ਦੀ ਕੋਰਟ ਵਿੱਚ ਵੀ ਆਪਾਂ ਨੂੰ ਪਤਾ ਵੀ ਗੱਲਬਾਤ ਚੱਲਦੀ ਪਈ ਸੀ, ਸੁਣਵਾਈ ਹੁੰਦੀ ਰਹੀ ਸੀ। ਸਾਰਾ ਪਤਾ ਹੈ ਮੈਨੂੰ, ਸਾਰਾ ਪਤਾ ਹੈ ਜੀ। ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਹੈ। ਦੇਖੋ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਗਲਤੀ ਹੈ। ਸੁਣਵਾਈ ਕਿਉਂ ਹੋ ਰਹੀ ਹੈ ਜੀ? ਉਹਨੇ 100 ਮੋਟੋ ਕਿਉਂ ਨਹੀਂ ਲਿਆ? ਇਹ ਕੋਈ ਮਾਮਲਾ ਇੱਕ ਬੰਦੇ ਦਾ ਨਹੀਂ ਹੈ, ਇਹ ਪੂਰੇ ਦੇਸ਼ ਦਾ ਮਾਮਲਾ ਹੈ। ਉਹਨੂੰ 100 ਮੋਟੋ ਲੈ ਕੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਸਿਫਾਰਿਸ਼ ਕਰਨੀ ਚਾਹੀਦੀ ਸੀ। ਉਹ ਸਿਰਫ ਸਲਾਹ ਦੇ ਰਿਹਾ ਹੈ ਕਿ ਤੁਸੀਂ ਗੱਲ ਕਰੋ, ਔਰ ਗੱਲ ਕਰਨ ਤੱਕ ਇਹ ਕਾਨੂੰਨ ਸਸਪੈਂਡ ਰਹੇਗਾ। ਔਰ ਭਾਰਤ ਸਰਕਾਰ ਜਵਾਬ ਦੇ ਰਹੀ ਹੈ ਅਸੀਂ ਸੋਚ ਕੇ ਦੱਸਾਂਗੇ। ਯਾਨੀ ਕਿ ਸੁਪਰੀਮ ਕੋਰਟ ਕਹਿ ਰਿਹਾ ਹੈ ਕੁਝ, ਔਰ ਉਹ ਕਹਿ ਰਹੇ ਨੇ ਅਸੀਂ ਸੋਚ ਕੇ ਦੱਸਾਂਗੇ। ਤੇ ਫਿਰ ਇਹ ਸੁਪਰੀਮ ਕੋਰਟ ਹੈ ਕੀ ਹੈ? ਇਹ ਪਪਟ ਹੈ, ਇੱਕ ਕਠਪੁਤਲੀ ਹੈ। ਇਸ ਕਰਕੇ ਸੁਪਰੀਮ ਕੋਰਟ ਤੇ ਵੀ ਮੇਰਾ ਕੋਈ ਵਿਸ਼ਵਾਸ ਨਹੀਂ ਹੈ। ਤੁਸੀਂ ਹੁਣ ਇੱਥੇ ਖੜੇ ਸੀ, ਤੁਹਾਡੇ ਪਿੱਛੇ ਕੇਰਲਾ ਦੇ ਵੀ ਲੋਕ ਕਾਫੀ ਖੜੇ ਹੋਏ ਸੀ, ਤੁਸੀਂ ਬੋਲਦੇ ਸੀ, ਭਾਵੁਕ ਹੋ ਗਏ ਸੀ। ਇਹ ਜਿਹੜੀ ਲਹਿਰ ਹੈ ਇਹ ਕੰਨਾ ਕਮਾਈ ਤੋਂ ਲੈ ਕੇ ਤੇ ਸਾਊਥ ਕਸ਼ਮੀਰ ਤੱਕ ਚਲੀ ਗਈ ਹੈ। ਹੁਣ ਜੇ ਸਿੱਖ ਨਾਲ ਕੇਰਲਾ ਦੇ ਲੋਕ ਵੀ ਆ ਗਏ ਨੇ, ਗੁਜਰਾਤ ਵਾਲੇ ਲੋਕ ਵੀ ਕੱਲ ਕਹਿ ਰਹੇ ਸੀ ਕਿ ਸਾਨੂੰ ਰੋਕਿਆ ਜਾ ਰਿਹਾ ਪੁਲਿਸ ਦੁਆਰਾ ਵੀ ਆਉਣ ਨਹੀਂ ਦੇਣਾ। ਲੱਗਦਾ ਕਿ ਡਰ ਰਹੀ, ਹੁਣ ਸਰਕਾਰ ਡਰ ਰਹੀ ਹੈ ਵੀ ਅੰਦੋਲਨ ਜਿਹੜਾ ਹੈਗਾ ਪੂਰੇ ਦੇਸ਼ ਉੱਪਰ ਚਲਾ ਤਾਂ ਗਿਆ, ਪੁਲਿਸ ਵਾਲੇ ਬਾਹਰ ਨਹੀਂ ਆਉਣ ਦੇ ਪਾ ਰਹੇ। ਹਾਂ ਬਿਲਕੁਲ। ਮੇਰੇ ਨਾਲ ਦੇਖੋ, ਮੈਂ ਇੱਕ ਨਾਮੀ ਆਦਮੀ ਹਾਂ, ਮੇਰੇ ਨਾਲ ਇਸ ਤਰ੍ਹਾਂ ਹੋ ਸਕਦਾ ਹੈ। ਤੇ ਅਗਰ ਇੱਕ ਝੁੱਗੀ ਵਾਲਾ ਅਗਰ ਕੋਈ ਆਣਾ ਚਾਹੇਗਾ ਉਹਨੂੰ ਕਿਸ ਤਰ੍ਹਾਂ ਆਉਣ ਦਿੱਤਾ ਜਾਏਗਾ? ਨਹੀਂ, ਧਰਨਾ ਲਗਾਉਣਾ ਸਭ ਦਾ ਅਧਿਕਾਰ ਹੈ ਨਾ, ਸਭ ਦਾ ਅਧਿਕਾਰ ਹੈ, ਧਰਨਾ ਕੋਈ ਵੀ ਲਗਾ ਸਕਦਾ। ਉਹੀ ਉਹ ਅਧਿਕਾਰ ਹੀ ਤੇ ਖੋਲਿਆ। ਇਹ ਹਿਊਮਨ ਸਾਡਾ ਜਿਹੜਾ ਰਾਈਟ ਹੈ, ਇਹ ਸਾਡਾ ਫੰਡਾਮੈਂਟਲ ਰਾਈਟ ਹੈ। ਇਹ ਫੰਡਾਮੈਂਟਲ ਰਾਈਟ ਖੋਇਆ। ਅਸੀਂ ਇਸੇ ਦੀ ਅਰਜ਼ੀ ਲਗਾਈ ਹੈ ਕਿ ਸਾਡੇ ਫੰਡਾਮੈਂਟਲ ਰਾਈਟ ਦਾ ਹੱਤਿਆ ਹੋ ਗਈ ਹੈ, ਅਧਿਕਾਰ ਖੋਹ ਲਿਆ ਗਿਆ। ਜਦ ਸਾਡੇ ਕੋਲ ਹੁਣ ਅਧਿਕਾਰ ਹੀ ਨਹੀਂ ਰਿਹਾ ਫੰਡਾਮੈਂਟਲ ਰਾਈਟ, ਤੇ ਅਸੀਂ ਕਿੱਥੇ ਜਾਈਏ, ਕਿਹਨੂੰ ਕਹੀਏ? ਭਾਰਤ ਸਰਕਾਰ ਸਾਡੀ ਸੁਣ ਨਹੀਂ ਰਹੀ, ਭਾਰਤ ਸਰਕਾਰ ਸਾਡਾ ਸੁਣ ਨਹੀਂ ਰਹੀ, ਮੋਦੀ ਸਾਡਾ ਸੁਣ ਨਹੀਂ ਰਿਹਾ, ਪ੍ਰਧਾਨ ਮੰਤਰੀ ਸਾਡਾ ਸੁਣ ਨਹੀਂ ਰਿਹਾ, ਸੁਪਰੀਮ ਕੋਰਟ ਸਾਡੀ ਸੁਣ ਨਹੀਂ ਰਹੀ। ਅਸੀਂ ਕਿੱਥੇ ਜਾਵਾਂਗੇ?
ਤੇ ਅਸੀਂ ਜਾਵਾਂਗੇ ਨਾ ਇੰਟਰਨੈਸ਼ਨਲ ਕੋਰਟ। ਤੁਹਾਨੂੰ ਕੀ ਲੱਗਦਾ ਹੈ ਵੀ ਸਰਕਾਰਾਂ ਹੁੰਦੀਆਂ ਨੇ ਕਿ ਲੋਕਾਂ ਨੂੰ ਸਹੂਲਤਾਂ ਦੇਣ, ਸਰਕਾਰਾਂ ਹੁੰਦੀਆਂ ਕਿ ਲੋਕਾਂ ਦੀ ਗੱਲ ਸੁਣੇ। ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਸਰਕਾਰਾਂ ਨੂੰ ਪਤਾ ਹੈ, ਹਾਕਮਾਂ ਨੂੰ ਇਸ ਚੀਜ਼ ਦਾ ਪਤਾ ਹੈ। ਫਿਰ ਜਿਸ ਤਰੀਕੇ ਸਰਕਾਰ ਹੁਣ ਆਪਣੀ ਹੈਂਕੜਬਾਜੀ ਵਿੱਚ ਹੈਗੀ ਹੈ, ਅੱਜ ਵੀ PM ਸਾਹਿਬ ਨੇ ਬਿਆਨਬਾਜ਼ੀ ਕੀਤੀ ਹੈ, ਅੱਜ ਵੀ ਸਪੀਚ ਜੋ ਕਹਿ ਰਹੇ ਸੀ ਕਿ ਇਸ਼ਾਰਾ ਉਹਨਾਂ ਨੇ ਇਹ ਕੀਤਾ ਕਿ ਬਿੱਲ 3 ਵਾਪਸ ਨਹੀਂ ਹੋਣਗੇ, ਇਸ਼ਾਰਾ ਕਰ ਚੁੱਕੇ ਨੇ। ਉਹ ਗੱਲਾਂ ਕਹਿੰਦੇ ਨੇ ਕਿ ਰਾਜਨੀਤੀ ਪਾਰਟੀ ਤੋਂ ਪ੍ਰੇਰਿਤ ਕਰਨਾ। ਮੈਨੂੰ ਸਾਰੇ ਸੰਸਾਰ ਦੀ ਸੰਗਤ ਮਾਫ ਕਰੇ, ਇਹ ਅਯਾਸ਼ ਪ੍ਰਧਾਨ ਮੰਤਰੀ ਹੈ, ਅਯਾਸ਼ ਨਰਿੰਦਰ ਮੋਦੀ ਅਯਾਸ਼ ਪ੍ਰਧਾਨ ਮੰਤਰੀ ਹੈ। ਖੁੱਲ੍ਹ ਕੇ ਕਹਿ ਰਿਹਾ ਵਾਂ, ਇਸ ਆਦਮੀ ਦੀਆਂ ਜ਼ਰੂਰ ਕੋਈ ਵੀਡੀਓ ਫਿਲਮਾਂ ਇਹਨਾਂ ਵੱਡੇ ਬਦਮਾਸ਼ਾਂ ਕੋਲ ਹੋਣਗੀਆਂ, ਜਿਹੜੇ ਇਹ ਵੱਡੇ ਵੱਡੇ ਬਦਮਾਸ਼ ਹੈਗੇ ਨੇ, ਇਹਨਾਂ ਕੋਲ ਹੋਣਗੀਆਂ। ਮੈਂ ਸੁਣਿਆ ਸੀ, ਮੇਰੇ ਪਿਤਾ ਜੀ ਮੇਰੇ ਦਾਦਾ ਜੀ ਦੱਸਦੇ ਸੀ ਕਿ ਜਦੋਂ ਦੇਸ਼ ਦੇ ਟੁਕੜੇ ਹੋਏ ਸੀ ਤੇ ਨਹਿਰੂ ਗਾਂਧੀ ਜਿਨ੍ਹਾਂ ਦੀਆਂ ਫਿਲਮਾਂ ਸਨ, ਐਲਵੀਨਾ ਮਾਊਂਟ ਬੈਟਨ ਕੋਲ, ਇਹਦੀਆਂ ਫਿਲਮਾਂ ਵੀ ਹੋਣਗੀਆਂ। ਇਸ ਕਰਕੇ ਇਹ ਸੱਚਾਈ ਦੇ ਉੱਤੇ ਆਉਣ ਦੀ ਹਿੰਮਤ ਨਹੀਂ ਕਰ ਰਿਹਾ, ਇਹ ਕਾਣਾ ਹੋ ਚੁੱਕਿਆ ਹੈ। ਬੜੀ ਗੂੰਜ ਪੈਂਦੀ ਵੀ ਲੋਕਾਂ ਦੀ ਇੱਥੋਂ ਦੀ, ਬੜੇ ਲੋਕ ਇਸ ਵੇਲੇ ਗੂੰਜ ਤਾਂ ਪੈਂਦੀ ਹੋਗੀ ਨਾ ਕੇਂਦਰ ਸਰਕਾਰ ਤੱਕ। ਜੀ ਜੀ ਜੀ, ਪੂਰੀ ਦੁਨੀਆ 'ਚ ਇਹ ਚਲਾ ਗਿਆ ਹੋਇਆ ਹੈ। ਇਹ ਖਾਲੀ ਦਿੱਲੀ ਦਾ ਹੁਣ ਨਹੀਂ ਰਹਿ ਗਿਆ, ਇਹ ਖਾਲੀ ਹਰਿਆਣੇ ਦਾ ਨਹੀਂ ਰਹਿ ਗਿਆ, ਇਹ ਖਾਲੀ ਉੱਤਰ ਪ੍ਰਦੇਸ਼ ਦਾ ਨਹੀਂ ਰਹਿ ਗਿਆ, ਇਹ ਖਾਲੀ ਮੱਧ ਪ੍ਰਦੇਸ਼ ਦਾ ਨਹੀਂ ਰਹਿ ਗਿਆ, ਇਹ ਖਾਲੀ ਮਹਾਰਾਸ਼ਟਰ ਦਾ ਨਹੀਂ ਰਹਿ ਗਿਆ, ਇਹ ਖਾਲੀ ਰਾਜਸਥਾਨ ਦਾ ਨਹੀਂ ਰਹਿ ਗਿਆ, ਇਹ ਤਮਿਲਨਾਡੂ ਕੇਰਲ ਕਰਨਾਟਕਾ ਦਾ ਨਹੀਂ ਰਹਿ ਗਿਆ। ਇਹ ਹੁਣ ਦੇਸ਼ ਵਿਆਪੀ ਨਹੀਂ, ਅੰਤਰਰਾਸ਼ਟਰੀ ਮੁੱਦਾ ਬਣ ਚੁੱਕਿਆ ਹੈ। ਹੁਣ ਉੱਤਰਾਖੰਡ ਵਾਲੇ ਪਾਸੋਂ ਵੀ ਕਿਸਾਨ ਆ ਰਹੇ ਨੇ, ਆਪਾਂ ਇੱਥੇ ਹੁਣ ਗੱਲਬਾਤ ਕਰ ਰਹੇ ਹਾਂ, ਉਹ ਵੀ ਕਹਿ ਰਹੇ ਨੇ ਕਿ ਸਾਡੇ ਜੋਸ਼ ਭਰ ਗਿਆ। ਪੰਜਾਬ ਦੇ ਲੋਕ ਚੱਲੇ, ਹਰਿਆਣੇ ਦੇ ਲੋਕ ਚੱਲੇ, ਰਾਜਸਥਾਨ ਚੱਲਿਆ, ਯੂਪੀ ਚੱਲਿਆ, ਉੱਤਰਾਖੰਡ ਚੱਲ ਕੇ ਆ ਰਿਹਾ। ਲੱਗਦਾ ਕੀ ਅਗਵਾਈ ਕਰ ਰਿਹਾ ਹੁਣ ਪੰਜਾਬ ਜਿਹੜਾ ਹੈਗਾ ਪੂਰੇ ਦੇਸ਼ ਨੂੰ ਜਗਾ ਦਿੱਤਾ ਹੈ। ਖੁਦ ਲੋਕ ਇੱਥੇ ਕਹਿੰਦੇ ਨੇ ਇਹ ਆਉਣ ਵਾਲਾ ਟਾਈਮ ਆਏਗਾ, ਤੁਸੀਂ ਖੁਦ ਦੇਖੋਗੇ। ਇਹ ਜੋ ਇੱਥੇ ਕਰਾਮਾਤ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਚੱਲ ਰਹੀ ਹੈ, ਤੁਸੀਂ ਦੇਖੋਗੇ ਕੋਈ ਨਵੀਂ ਚੀਜ਼ ਉੱਭਰ ਕੇ ਆਏਗੀ ਜੋ ਦੇਸ਼ ਦੀ ਹਰ ਗਲਤ ਵਿਵਸਥਾ ਨੂੰ ਧਵਸਤ ਕਰ ਦੇਗੀ। ਨਵੀਂ ਵਿਵਸਥਾ ਬਣੇਗੀ। ਇਹ ਜੋ ਧਵਸਤ ਕਰ ਦੇਸ਼ ਵੇਚ ਚੁੱਕਿਆ ਹੋਇਆ ਹੈ। ਅਗਰ ਪ੍ਰਧਾਨ ਮੰਤਰੀ ਅਕਲਮੰਦ ਹੁੰਦਾ ਤੇ ਜਿੰਨੇ ਵੀ ਵੱਡੇ ਬਿਜ਼ਨਸਮੈਨ ਨੇ ਇਹਨਾਂ ਸਾਰਿਆਂ ਦੀ ਦੌਲਤ ਜ਼ਬਤ ਕਰ ਲੈਂਦਾ। ਅਗਰ ਸਮਝਦਾਰ ਹੁੰਦਾ, ਇਹਨਾਂ ਤੇ ਰਾਸੂਕਾ ਲਗਾਉਂਦਾ, ਕਿਉਂਕਿ ਇਹ ਇੰਨਾ ਮੋਟਾ ਪੈਸਾ ਬਣਾ ਕੇ ਆਪਣੀ ਲੜਕੀ ਦੇ ਵਿਆਹ ਤੇ 5000 ਕਰੋੜ ਰੁਪਏ ਖਰਚ ਕਰ ਸਕਦੇ ਨੇ, ਲੇਕਿਨ ਆਮ ਜਨਤਾ ਲਈ, ਸਕੂਲ ਦੇ ਬੱਚੇ ਲਈ, ਨੌਕਰੀ ਲਈ ਕੁਝ ਨਹੀਂ ਕਰ ਸਕਦੇ। ਕਰੋਨਾ ਕਾਲ ਦੇ ਵਿੱਚ ਇਹਨਾਂ ਦਾ ਜਿਹੜਾ ਗ੍ਰਾਫ ਹੈ ਉੱਪਰ ਤੋਂ ਉੱਪਰ ਚਲਾ ਗਿਆ, ਲੇਕਿਨ ਆਮ ਆਦਮੀ ਮਰ ਰਿਹਾ ਹੈ, ਰੋਟੀ ਲਈ ਦੁਖੀ ਹੈ। ਇਹ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਤੇ ਇਹੋ ਜਿਹੇ ਜਿੰਨੇ ਵੀ ਵੱਡੇ ਉਦਯੋਗਪਤੀ ਨੇ, ਇਹ ਬ੍ਰਿਟਿਸ਼ ਕੰਪਨੀ ਤੋਂ ਵੀ ਗੰਦਾ ਰਾਜ ਹੈ। ਬ੍ਰਿਟਿਸ਼ ਕੰਪਨੀ ਦਾ ਰਾਜ ਇਸ ਤੋਂ ਬਹੁਤ ਅੱਛਾ ਸੀ, ਕਿਉਂਕਿ ਬ੍ਰਿਟਿਸ਼ ਕੰਪਨੀ ਇਮਾਨਦਾਰੀ ਨਾਲ ਜਿਹੜੇ ਪੁਲ ਬਣਾਉਂਦੀ ਸੀ, ਉਹ ਅੱਜ ਵੀ 100 ਸਾਲ ਬਾਅਦ ਵੀ ਉਹ ਪੁਲ ਕਾਇਮ ਹੈ। ਲੇਕਿਨ ਇਹਨਾਂ ਦੇ ਬਣੇ ਹੋਏ ਪੁਲ 1 ਸਾਲ 10 ਸਾਲ ਨਹੀਂ ਚੱਲਦੇ। ਇਹ ਬੇਈਮਾਨ ਲੋਕ ਨੇ। ਇਹ ਪੋਲੀਟੀਸ਼ੀਅਨ, ਹਿੰਦੁਸਤਾਨ ਦਾ ਪੋਲੀਟੀਸ਼ੀਅਨ ਬੇਈਮਾਨ ਹੈ, ਓਪਨਲੀ ਬੇਈਮਾਨ ਹੈ, ਮੱਕਾਰ ਹੈ, ਹਰਾਮਖੋਰ ਹੈ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਚਰਨਜੀਤ ਸਿੰਘ। ਇੰਟਰਨੈਸ਼ਨਲ ਕੋਰਟ ਸਵਿਟਜ਼ਰਲੈਂਡ ਦੇ ਵਿੱਚ ਇਹਨਾਂ ਨੇ ਇੱਕ ਕੇਸ ਦਾਇਰ ਕੀਤਾ ਤੇ ਦੂਸਰੇ ਪਾਸੇ UNO ਦੇ ਵਿੱਚ ਵੀ ਇਹਨਾਂ ਨੇ ਆਪਣੀ ਜਿਹੜੀ ਹੈ ਅਰਜੀ ਭੇਜੀ, ਉੱਥੇ ਵੀ ਇਹਨਾਂ ਨੇ ਕੇਸ ਦਾਇਰ ਕੀਤਾ ਭਾਰਤ ਸਰਕਾਰ ਦੇ ਖਿਲਾਫ। ਪੁਤਲੇ ਸਾੜਨ ਤੋਂ ਮਨਾ ਕਰਤਾ ਸੀ। ਪੁਲਿਸ ਵਾਲੇ ਇਹਨਾਂ ਦੇ ਘਰ ਗਏ ਨੇ, ਘਰ ਜਾ ਕੇ ਲਿਖਾ ਕੇ ਲੈ ਕੇ ਆਏ ਨੇ ਕਿ ਤੁਸੀਂ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ 'ਚ ਪੁਤਲੇ ਨਹੀਂ ਫੂਕੋਗੇ, ਜੰਤਰ ਮੰਤਰ ਵਿੱਚ ਪੁਤਲੇ ਨਹੀਂ ਫੂਕੋਗੇ। ਇਹ ਦੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਫੰਡਾਮੈਂਟਲ ਰਾਈਟ ਹੁੰਦੇ ਨੇ, ਜਿਹੜੇ ਲੋਕਾਂ ਦੇ ਰਾਈਟ ਨੇ, ਲੋਕਾਂ ਦਾ ਅਧਿਕਾਰ ਆ, ਉਹ ਵੀ ਖੋਇਆ ਜਾ ਰਿਹਾ ਹੈ। ਪੁਤਲੇ ਫੂਕਣਾ, ਧਰਨੇ ਲਗਾਉਣਾ, ਇਹ ਸਾਨੂੰ ਸੰਵਿਧਾਨ ਸਾਡੀ ਆਗਿਆ ਦਿੰਦਾ ਹੈ। ਇਹ ਸਾਡੇ ਸੰਵਿਧਾਨ ਸਾਨੂੰ ਕਹਿੰਦਾ, ਇਸ ਦੀ ਇਜਾਜ਼ਤ ਸਾਨੂੰ ਹੈਗੀ ਹੈ। ਜਦੋਂ ਸਰਕਾਰਾਂ ਕਹਿਣ ਲੱਗ ਪਣ ਕਿ ਤੁਸੀਂ ਪੁਤਲੇ ਨਹੀਂ ਫੂਕ ਸਕਦੇ, ਧਰਨੇ ਨਹੀਂ ਲਗਾ ਸਕਦੇ, ਤੁਸੀਂ ਹੁਣ ਆਪ ਸੋਚ ਲਓ ਕਿ ਦੇਸ਼ ਕਿਹੜੇ ਪਾਸੇ ਜਾ ਰਿਹਾ ਹੈ, ਦੇਸ਼ ਕਿੰਨੀ ਕੁ ਤਰੱਕੀ ਕਰ ਰਿਹਾ ਹੈ, ਤੁਸੀਂ ਆਪ ਸੋਚ ਲਿਓ। ਤੁਸੀਂ ਸਾਡੇ ਨਾਲ ਬਣੇ ਰਹੋ ਲਗਾਤਾਰ ਹੀ। ਅਸੀਂ ਤੁਹਾਨੂੰ ਕਿਸਾਨੀ ਸੰਘਰਸ਼ ਦੀਆਂ ਪਲ ਪਲ ਦੀ ਤਸਵੀਰਾਂ ਦਿਖਾ ਰਹੇ ਹਾਂ। ਵੀਡੀਓ ਸ਼ੇਅਰ ਕਰਦੇ ਜੇ ਤੇ ਪੰਜਾਬ ਨਿਊਜ਼ ਦੇ ਪੇਜ ਨੂੰ ਲਾਈਕ ਕਰਦੇ ਜੇ। ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਪਲ ਪਲ ਦੀ ਖਬਰ ਅਸੀਂ ਸਾਫ਼ ਤੇ ਸੁਥਰੀ ਦਿਖਾਉਂਦੇ ਰਹਾਂਗੇ।